ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਅਸੀਂ ਚਿੱਟਾ ਲਹੂ ਨਾਵਲ ਦੇ ਉੱਤੇ ਡਾਕਟਰ ਟੀ.ਆਰ. ਵਿਨੋਦ ਜੀ ਦੇ ਵਿਚਾਰ ਪੜ੍ਹਾਂਗੇ। ਦੇਖੋ, ਤੁਹਾਨੂੰ ਨਾ ਪ੍ਰਸ਼ਨ ਕਿਤੋਂ ਵੀ ਆ ਸਕਦਾ ਹੈ ਨਾ, ਤਾਂ ਸਾਡੀ ਕੋਸ਼ਿਸ਼ ਇਹ ਰਹੇਗੀ ਕਿ ਵੱਧ ਤੋਂ ਵੱਧ ਅਸੀਂ ਆਪਣੇ ਨਾਵਲ ਜਾਂ ਜੋ ਸਾਡਾ ਮੈਟਰ ਆ ਉਹਦੇ ਅਲੱਗ-ਅਲੱਗ ਡਾਇਮੈਂਸ਼ਨਸ, ਅਲੱਗ-ਅਲੱਗ ਪਹਿਲੂਆਂ ਉੱਤੇ ਅਸੀਂ ਵਿਚਾਰ ਚਰਚਾ ਕਰ ਲਈਏ। ਤੇ ਚਿੱਟਾ ਲਹੂ ਐਜ਼ ਸੱਚ ਅਸੀਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ। ਚਿੱਟਾ ਲਹੂ ਵਿੱਚ ਪੇਸ਼ ਦੁਖਾਂਤ, ਹੁਣ ਕੁਝ ਹੋਰ ਪਹਿਲੂਆਂ ਨੂੰ ਵੀ ਵਿਚਾਰਾਂਗੇ। ਡਾਕਟਰ ਟੀ.ਆਰ. ਵਿਨੋਦ ਜੀ ਨੇ ਕੀ ਕਿਹਾ, ਤੇ ਇੱਥੇ ਤੁਸੀਂ ਨਾ ਇੱਕ ਗੱਲ ਯਾਦ ਰੱਖਣੀ ਆ ਕਿ 1932 ਵਿੱਚ ਲਿਖਿਆ ਗਿਆ ਇਹ ਜਿਹੜਾ ਨਾਵਲ ਆ ਨਾ, ਉਸ ਵੇਲੇ ਨਾਨਕ ਸਿੰਘ ਖੁਦ ਵੀ ਜਵਾਨ ਸੀ। ਤਾਂ ਇੱਕ ਜਵਾਨ ਹੋਣ ਕਰਕੇ ਨਾ ਉਹਨਾਂ ਅੰਦਰ ਵੀ ਗੁੱਸਾ ਆ ਜਾਂਦਾ ਸੀਗਾ, ਇੱਕ ਉਹਨਾਂ ਨੂੰ ਵੈਰ ਸੀ ਸਮਾਜਿਕ ਕੁਰੀਤੀਆਂ ਨਾਲ, ਸਮਾਜਿਕ ਕ੍ਰਿਤੀਆਂ ਤੋਂ ਇੱਕ ਵੈਰ ਸੀ। ਤਾਂ ਉਹ ਗੁੱਸਾ ਵੀ ਉਹਨਾਂ ਨੇ ਕਿਤੇ ਨਾ ਕਿਤੇ ਇਸ ਨਾਵਲ ਵਿੱਚ ਕੱਢਿਆ ਵੀ ਜਿਹੜੇ ਸਾਡੇ ਦੋਖੀ ਪਾਤਰ ਆ ਉਹਨਾਂ ਦਾ ਸੰਹਾਰ ਹੁੰਦਾ ਦਿਖਾਇਆ। ਪਾਲਾ ਸਿੰਘ ਤੇ ਉਸਦੀ ਜੁੰਡਲੀ ਦਾ ਮਰਨਾ, ਪੰਡਤ ਤੇ ਕਰਮਚੰਦ ਦਾ ਮਰਨਾ, ਇਹ ਸੰਹਾਰ ਹੁੰਦਾ ਦਿਖਾਇਆ ਸਾਡੇ ਲੇਖਕ ਨੇ। ਬਸ ਇਸ ਤਰ੍ਹਾਂ ਦੇ ਅਸੀਂ ਪਹਿਲੂ ਕੁਝ ਹੋਰ ਪੜਾਂਗੇ ਤਾਂ ਕਿ ਜੇ ਕੁਐਸਚਨ ਇੱਧਰ ਉੱਧਰੋਂ ਆ ਵੀ ਜਾਵੇ ਪ੍ਰਸ਼ਨ, ਤਾਂ ਅਸੀਂ ਆਨਸਰ ਦੇਣ ਦੇ ਸਮਰੱਥ ਹੋਈਏ। ਚਿੱਟਾ ਲਹੂ ਨਾਵਲ ਤੋਂ ਪਹਿਲਾਂ ਪੰਜਾਬੀ ਨਾਵਲ ਪਰੰਪਰਾ ਜਾਂ ਤਾਂ ਇਤਿਹਾਸਿਕ ਰੋਮਾਂਸ ਨਾਲ ਸੰਬੰਧਿਤ ਹੈ ਜਾਂ ਫਿਰ ਲੰਮੀਆਂ ਸਦਾਚਾਰਕ ਕਹਾਣੀਆਂ ਨਾਲ। ਪੰਜਾਬੀ ਨਾਵਲ ਦੇ ਦੋ ਹੀ ਟੌਪਿਕ ਮੇਨ ਪਾਏ ਜਾਂਦੇ ਜੀ ਚਿੱਟਾ ਲਹੂ ਤੋਂ ਪਹਿਲਾਂ। ਇੱਕ ਤਾਂ ਅਸੀਂ ਆਪਣੇ ਜਿਹੜਾ ਸਾਡਾ ਗੌਰਵਸ਼ਾਲੀ ਇਤਿਹਾਸ ਆ, ਮੀਨ ਧਾਰਮਿਕ ਖੇਤਰ ਵਿੱਚ ਜਨਤਾ ਆਪਣੇ ਧਰਮ ਦੇ ਇਤਿਹਾਸ ਦੇ ਪ੍ਰਤੀ ਰੋਮਾਂਸ, ਇਸ ਨੂੰ ਹੀ ਚਿੱਤਰ ਰਹੀ ਸੀ ਵੀ ਸਾਡਾ ਇਤਿਹਾਸ ਮਹਾਨ ਹੁੰਦਾ ਆ, ਸਾਨੂੰ ਉਸ 'ਤੇ ਗਰਵ ਆ, ਇਸ ਤਰ੍ਹਾਂ ਦੀਆਂ ਗੱਲਾਂ। ਤੇ ਜਾਂ ਲੰਮੀਆਂ ਸਦਾਚਾਰਕ ਕਹਾਣੀਆਂ ਨੂੰ ਥੋੜ੍ਹਾ ਲੰਬਾ ਕਰਤਾ ਤੇ ਕੁਛ ਸਦਾਚਾਰਕ ਸਿੱਖਿਆ ਦੇਣ ਦੀ ਕੋਸ਼ਿਸ਼ ਕੀਤੀ ਗਈ। ਚਿੱਟਾ ਲਹੂ ਤੋਂ ਪਹਿਲਾਂ ਨਾਨਕ ਸਿੰਘ ਦੇ ਜਿਹੜੇ 4 ਨਾਵਲ ਆਏ ਆ, ਉਹਨਾਂ ਵਿੱਚ ਵੀ ਸਦਾਚਾਰਕ ਕਹਾਣੀਆਂ ਹੀ ਆ, ਪਰ ਚਿੱਟਾ ਲਹੂ ਵਿੱਚ ਪਹਿਲੀ ਵਾਰ ਇੱਕ ਯਥਾਰਥਕ ਐਂਗਲ ਪੇਸ਼ ਹੋਇਆ, ਰੀਅਲਿਸਟਿਕ ਐਂਗਲ ਪੇਸ਼ ਹੋਇਆ ਵੀ ਸਮਾਜ ਵਿੱਚ ਕੀ ਹੋ ਰਿਹਾ ਆ। ਚਿੱਟਾ ਲਹੂ ਨਾਵਲ ਵਿੱਚ ਨਾਨਕ ਸਿੰਘ ਦੀ ਪ੍ਰਾਪਤੀ ਇੰਨੀ ਬੇਮਿਸਾਲ ਰਹੀ ਹੈ ਕਿ ਕਈ ਆਲੋਚਕਾਂ ਨੇ ਚਿੱਟਾ ਲਹੂ ਨੂੰ ਨਾਨਕ ਸਿੰਘ ਦਾ ਸ਼ਾਹਕਾਰ ਮੰਨਿਆ ਹੈ। ਇਹ ਵੀ ਪ੍ਰਸ਼ਨ ਆ ਸਕਦਾ, ਡਿੱਟੋ ਲਾਈਨ ਦਿੱਤੀ ਜਾ ਸਕਦੀ ਹੈ ਵੀ ਕਈ ਆਲੋਚਕਾਂ ਨੇ ਚਿੱਟਾ ਲਹੂ ਨੂੰ ਨਾਨਕ ਸਿੰਘ ਦਾ ਸ਼ਾਹਕਾਰ ਮੰਨਿਆ ਹੈ। ਬਸ ਉਹ ਤੁਸੀਂ ਫਿਰ ਇਸ ਨਾਵਲ ਦੀ ਮਹੱਤਤਾ ਬਾਰੇ ਲਿਖ ਦੇਣੀਆਂ, ਸਮਾਜਿਕ ਗੱਲਾਂ, ਧਾਰਮਿਕ ਖੇਤਰ ਤੋਂ ਕੱਢਿਆ, ਔਰਤ ਚੰਡੀ ਦਾ ਰੂਪ ਧਾਰਦੀ ਆ ਤੇ ਸੁਧਾਰ ਦਾ ਐਂਗਲ ਵੀ ਪੇਸ਼ ਹੋਇਆ, ਜੋ ਇੰਪੋਰਟੈਂਸ ਹੈ ਉਹ ਤੁਸੀਂ ਲਿਖ ਦੇਣਾ। ਅੱਗੇ ਦੇਖੋ ਜੀ, ਇਸ ਨਾਵਲ ਦਾ ਦੁਖਾਂਤ ਮੁੱਖ ਰੂਪ ਵਿੱਚ 2 ਇਸਤਰੀਆਂ, ਮਾਵਾਂ ਤੇ ਧੀਆਂ ਦੇ ਜੀਵਨ ਨਾਲ ਸੰਬੰਧਿਤ ਹੈ। ਮੇਨ ਰੂਪ ਵਿੱਚ ਇਹ ਦੁਖਾਂਤ ਚਿੱਤਰਦਾ 2 ਲੇਡੀਜ਼, 2 ਔਰਤਾਂ, ਮਾਂ ਗੁਰਦੇਈ ਤੇ ਧੀ ਸੁੰਦਰੀ। ਇਸ ਦੇ ਨਾਲ ਬਚਨ ਸਿੰਘ ਦਾ ਦੁਖਾਂਤ ਵੀ ਆ, ਉਸਨੂੰ ਫਾਂਸੀ ਲੱਗਦੀ ਆ ਤੇ ਕੁਛ ਐਂਗਲ ਤੱਕ ਸੁੰਦਰੀ ਦੇ ਧਾਰਮਿਕ ਪਿਤਾ ਤੇ ਉਹਦੀ ਜਿਹੜੀ ਬਾਂਦਰੀ ਆ ਉਹ ਵੀ ਮਰਦੇ ਆ, ਪਰ ਮੇਨ ਰੂਪ ਵਿੱਚ 2 ਇਸਤਰੀਆਂ ਦਾ ਦੁਖਾਂਤ ਹੈ। ਇਸ ਵਿੱਚ ਹਿੰਦੂ ਜਾਗੀਰਦਾਰੀ ਸਮਾਜ ਦੀ ਸੰਸਕ੍ਰਿਤੀ ਹੱਥੋਂ ਸਤੀ ਹੋਈ ਇਸਤਰੀ ਦੀ ਦੁਰਦਸ਼ਾ ਪ੍ਰਗਟ ਹੋਈ ਹੈ। ਤੁਸੀਂ ਨਾ ਇਸ ਤਰ੍ਹਾਂ ਦੀਆਂ ਲਾਈਨਾਂ ਲਿਖਿਓ ਜ਼ਰੂਰ, ਵੱਡੀਆਂ ਨਾ, ਜੋ ਟਫ ਜੇ ਭਾਰੇ ਸ਼ਬਦ ਵਰਤ ਕੇ। ਹਿੰਦੂ ਜਾਗੀਰਦਾਰੀ ਸਮਾਜ, ਇਹਨਾਂ ਦਾ ਜਿਹੜਾ ਕਲਚਰ ਆ ਦੇਖਿਆ ਜਾਵੇ ਤਾਂ ਸਾਡਾ ਜਿਹੜਾ ਇੱਥੋਂ ਭਾਰਤ ਦਾ ਜਿਹੜਾ ਕਲਚਰ ਆ, ਜਿਹਦੇ ਵਿੱਚ ਕੀ ਆ, ਔਰਤ ਨੂੰ ਉਹਦੇ ਹੱਕ ਨਹੀਂ ਸੀ ਦਿੱਤੇ ਜਾਂਦੇ। ਉਹਨੂੰ ਉਹੀ ਔਰਤ ਅੱਛੀ ਆ ਜਿਹੜੀ ਕਿ ਗ੍ਰਸਤੀ ਵਿੱਚ ਰਵੇ ਤੇ ਆਪਣਾ ਗ੍ਰਸਤੀ ਦਾ ਜੀਵਨ ਦਾ ਪਾਲਨ ਕਰੇ, ਉਹ ਬੋਲ ਨਹੀਂ ਸੀ ਸਕਦੀ। ਠੀਕ। ਜਾਗੀਰਦਾਰੀ ਆਪਾਂ ਇਹ ਸਿਸਟਮ ਸਮਝਿਆ ਵੀ ਜਿਸ ਤਰ੍ਹਾਂ ਕਿਸੇ ਏਰੀਏ ਨੂੰ ਉਸਨੂੰ ਐਜ਼ ਜਗੀਰ ਕਿਸੇ ਹਾਕਮ ਨੂੰ ਦੇ ਦਿੱਤਾ ਜਾਂਦਾ ਸੀ। ਫਿਰ ਉਸ ਹਾਕਮ ਦੀ ਜ਼ਿੰਮੇਵਾਰੀ ਹੁੰਦੀ ਸੀ ਕਿ ਉਸ ਏਰੀਏ ਤੋਂ ਟੈਕਸ ਵਸੂਲ ਕਰੇ ਤੇ ਕੁਛ ਹਿੱਸਾ ਆਪਣੇ ਕੋਲ ਰੱਖ ਲਏ, ਬਾਕੀ ਸੈਂਟਰਲ ਗਵਰਨਮੈਂਟ ਨੂੰ ਦੇ ਦੇ। ਤੇ ਉਹ ਫਿਰ ਕੀ ਆ, ਬੈਠੇ ਅਮੀਰ ਹੋ ਗਏ ਸੀ ਜਾਗੀਰਦਾਰ। ਠੀਕ ਹੈ ਜੀ। ਤੇ ਆਮ ਜਿਹੜੀ ਲੋਕਾਈ ਸੀ ਉਹ ਕਾਫੀ ਗਰੀਬ ਹੋ ਗਈ ਸੀ। ਤਾਂ ਹੁਣ ਕੀ ਆ, ਇਹ ਇੱਕ ਸਮਾਜ ਸੀ ਬਣ ਗਿਆ। ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਇਹ ਪ੍ਰਥਾ ਸੀ ਮੋਸਟਲੀ ਚੱਲਦੀ ਹੋਈ, ਜਾਗੀਰਦਾਰੀ ਸਮਾਜ ਸੀ। ਤਾਂ ਇਸ ਦੇ ਸੱਭਿਆਚਾਰ ਵਿੱਚ, ਇਸ ਦੀ ਸੰਸਕ੍ਰਿਤੀ ਵਿੱਚ ਔਰਤ ਦੀ ਕੋਈ ਇੰਨੀ ਜ਼ਿਆਦਾ ਹੈਸੀਅਤ ਨਹੀਂ ਸੀ। ਠੀਕ।
ਉਸ ਨੂੰ ਭੋਗ ਵਿਲਾਸ ਦੀ ਵਸਤੂ ਹੀ ਸਮਝਿਆ ਜਾਂਦਾ ਸੀ। ਕਿਹਨਾਂ ਲਈ? ਆਹੀ ਜਿਹੜੇ ਸਮਾਜ ਦੇ ਹੈੱਡ ਤੇ ਬੈਠੇ ਆ, ਰੂਲ ਵਗੈਰਾ ਇਹ ਕਲਾਸ ਬਣਾਉਂਦੀ ਸੀ। ਅੱਛਾ ਜੀ, ਤੇ ਇਸ ਸਮਾਜ ਦੀ ਸੰਸਕ੍ਰਿਤੀ ਹੱਥੋਂ ਸਤੀ ਹੋਈ ਇਸਤਰੀ ਦੀ ਦੁਰਦਸ਼ਾ ਪ੍ਰਗਟ ਹੋਈ ਹੈ। ਇਸ ਤਰ੍ਹਾਂ ਦੀ ਤੁਸੀਂ ਲਾਈਨ ਲਿਖ ਦੋਗੇ ਤਾਂ ਥੋੜਾ ਪ੍ਰਭਾਵ ਪਾਊਗਾ। ਜਾਗੀਰਦਾਰੀ ਆਰਥਿਕ ਢਾਂਚੇ ਦੀ ਸੰਸਕ੍ਰਿਤੀ ਮਜ਼ਹਬ, ਜਾਤ-ਪਾਤ ਅਤੇ ਪੁਰਸ਼ ਪ੍ਰਧਾਨ ਸਾਂਝੀ ਟੱਬਰਦਾਰੀ ਦੀਆਂ ਸੰਸਥਾਵਾਂ ਦੁਆਲੇ ਘੁੰਮਦੀ ਹੈ। ਬੇਸਿਕਲੀ ਜਾਗੀਰਦਾਰ ਸਮਾਜ ਵਿੱਚ ਇਹਦੇ ਵਿੱਚ ਜਿਹੜੀ ਇਕਨੋਮਿਕ ਸਿਸਟਮ ਆ, ਇਹਦੇ ਵਿੱਚ ਕੀ ਆ, ਮਜ਼ਹਬ ਦਾ ਬੜਾ ਰੋਲ ਆ, ਜਾਤ-ਪਾਤ, ਪੁਰਸ਼ ਪ੍ਰਧਾਨ ਸਮਾਜ, ਇਹ ਮੇਨ ਪ੍ਰੋਪਰਟੀਜ਼ ਹੁੰਦੀਆਂ ਜੀ ਜਾਗੀਰਦਾਰੀ ਸਮਾਜ ਦੀਆਂ। ਮਜ਼ਹਬ, ਜਾਤ-ਪਾਤ ਅਤੇ ਪੁਰਸ਼ ਪ੍ਰਧਾਨ ਸਾਂਝੀ ਟੱਬਰਦਾਰੀ ਦੀਆਂ ਸੰਸਥਾਵਾਂ ਦੁਆਲੇ ਘੁੰਮਦੀ ਹੈ। ਇਹ ਚੀਜ਼ਾਂ ਦੀ ਜ਼ਿਆਦਾ ਅਹਿਮੀਅਤ ਹੁੰਦੀ ਹੈ। ਜਾਤ-ਪਾਤ ਦੀ, ਮਜ਼ਹਬ, ਧਾਰਮਿਕ ਐਂਗਲ 'ਚੋਂ ਚੀਜ਼ਾਂ ਨੂੰ ਜ਼ਿਆਦਾ ਦੇਖਿਆ ਜਾਂਦਾ ਹੈ। ਮਜ਼ਹਬ ਵੀ ਮੈਂ ਬਾਰ-ਬਾਰ ਕਰਦਾ ਗੱਲ, ਮਜ਼ਹਬ ਦਾ ਮਤਲਬ ਜੋ ਮਜ਼ਹਬ ਦੀ ਟੀਚਿੰਗਸ ਦੇ ਨਾਲ ਨਹੀਂ, ਮਜ਼ਹਬ ਦਾ ਮਤਲਬ ਉਸ ਸਮੇਂ ਦੇ ਜਿਹੜੇ ਧਾਰਮਿਕ ਆਗੂਆਂ ਨੇ ਜੋ ਰੂਲ ਬਣਾਏ ਆ, ਉਸ ਦੀਆਂ ਗੱਲਾਂ ਹੋ ਰਹੀਆਂ ਇੱਥੇ। ਠੀਕ, ਇਹ ਸਭ ਦੀਆਂ ਸ਼ਿਕਾਰ ਗੁਰਦੇਈ ਅਤੇ ਸੁੰਦਰੀ ਹੁੰਦੀਆਂ ਹਨ। ਇਹ ਗੱਲਾਂ ਦੇ ਸ਼ਿਕਾਰ ਸਾਡੀਆਂ ਮੇਨ ਕਰੈਕਟਰ ਗੁਰਦੇਈ ਅਤੇ ਸੁੰਦਰੀ ਹੁੰਦੀਆਂ ਹਨ। ਨਾਨਕ ਸਿੰਘ ਮਜਲੂਮ ਇਸਤਰੀ ਪ੍ਰਤੀ ਹਮਦਰਦੀ ਰੱਖਦਾ ਹੋਇਆ ਆਪਣੇ ਤਰੀਕੇ ਨਾਲ ਜਾਗੀਰਦਾਰੀ ਸਮਾਜ ਦੀਆਂ ਸੰਚਾਲਕ ਸੰਸਕ੍ਰਿਤੀਆਂ ਸ਼ਕਤੀਆਂ ਉੱਤੇ ਸੱਟ ਮਾਰਦਾ ਹੈ। ਨਾਨਕ ਸਿੰਘ ਇਹਦੀ ਫੀਲਿੰਗ ਕਿਹਦੇ ਲਈ ਆ? ਮਜਲੂਮ ਵਰਗ। ਕਿਹੜਾ ਮਜਲੂਮ ਵਰਗ? ਖਾਸ ਤੌਰ ਤੇ ਇਸਤਰੀ। ਹੁਣ ਨਾਨਕ ਸਿੰਘ ਦੀ ਇਹਨਾਂ ਨਾਲ ਹਮਦਰਦੀ ਆ, ਤਾਂ ਫਿਰ ਇਹ ਨਾਵਲ ਦੇ ਥਰੂ ਉਹ ਆਪਣੇ ਤਰੀਕੇ ਨਾਲ ਜਾਗੀਰਦਾਰੀ ਸਮਾਜ ਦੀਆਂ ਜਿਹੜੀਆਂ ਸੰਸਕ੍ਰਿਤੀਆਂ ਆ ਉਹਨਾਂ ਉੱਤੇ ਸੱਟ ਮਾਰਦਾ ਹੈ। ਠੀਕ, ਉਪਰੋਕਤ ਅਤਿਆਚਾਰਾਂ ਦੀ ਸ਼ਿਕਾਰ ਪਹਿਲੀ ਇਸਤਰੀ ਕੌਣ ਹੈ? ਗੁਰਦੇਈ। ਅਸੀਂ ਪਹਿਲਾਂ ਡਿਸਕਸ ਕੀਤਾ ਵੀ ਕਿਸ ਤਰ੍ਹਾਂ ਗੁਰਦੇਈ ਦੀ ਉਮਰ ਹਲੇ ਛੋਟੀ ਸੀ, ਉਸਦੀ ਮਾਂ ਮਰ ਜਾਂਦੀ, ਫਿਰ ਉਸਦਾ ਪਿਤਾ ਜਿਹੜਾ ਆ ਉਹ ਐਸ਼ ਪ੍ਰਸਤਾ, ਸ਼ਰਾਬ ਪੀਂਦਾ ਆ ਲੋਕਾਂ ਦੀ ਜੁੰਡਲੀ ਵਿੱਚ ਬਹਿ ਕੇ, ਫਿਰ ਉਸਦੇ ਪੈਸੇ ਸਾਰੇ ਖਤਮ ਹੋ ਜਾਂਦੇ ਆ, ਫਿਰ ਉਹ ਆਪਣੀ ਘੱਟ ਉਮਰ ਦੀ ਲੜਕੀ ਨੂੰ ਬਹੁਤ ਹੀ ਬਜ਼ੁਰਗ ਬੰਦੇ ਨਾਲ ਵਿਆਹ ਦਿੰਦਾ ਆ। ਇੰਨਾ ਬਜ਼ੁਰਗ ਕਿ ਗੁਰਦੇਈ ਦੇ ਬਾਪ ਨਾਲੋਂ ਵੀ ਵਡੇਰੀ ਉਮਰ ਦਾ ਸੀ, ਉਹ ਦਮੇ ਦਾ ਮਰੀਜ਼ ਸੀ। ਉਹ ਵਿਚਾਰੀ ਹੁਣ ਨਾ ਨੁੱਕਰ ਨਹੀਂ ਕਰਦੀ, ਉਹਨੂੰ ਪਤਾ ਹੀ ਨਹੀਂ ਮੇਰੇ ਨਾਲ ਕੀ ਹੋ ਰਿਹਾ, ਸਮਾਜ ਪ੍ਰਤੀ ਉਹ ਵਿਦਰੋਹ ਵੀ ਨਹੀਂ ਕਰ ਸਕਦੀ, ਉਹਨੂੰ ਆਪਣੇ ਰਾਈਟਸ ਨਹੀਂ ਪਤਾ, ਉਹਨੂੰ ਪਤਾ ਨਹੀਂ ਕਿ ਮੇਰੇ ਨਾਲ ਗਲਤ ਹੋ ਰਿਹਾ। ਉਹ ਚੁੱਪਚਾਪ ਆਪਣੇ ਕੰਮ ਧੰਦੇ ਕਰਦੀ ਰਹਿੰਦੀ। ਠੀਕ ਹੈ, ਉਹਦਾ ਆਪਣੇ ਪਤੀ ਦੀ ਸੇਵਾ ਕਰਦੀ, ਪਤੀ ਐਕਸਪਾਇਰ ਕਰ ਜਾਂਦਾ, ਮਰ ਜਾਂਦਾ, ਫਿਰ ਉਹਦੇ ਬੱਚੇ ਮਤਰੇ ਪੁੱਤ ਧੀਆਂ ਉੱਤੇ ਜ਼ੁਲਮ ਕਰਦੇ ਆ, ਉਹਨੂੰ ਕੁੱਟਦੇ ਮਾਰਦੇ ਆ, ਫਿਰ ਐਂਡ ਵਿੱਚ ਉਸ ਤੋਂ ਅੰਗੂਠਾ ਲਗਵਾ ਕੇ ਸਾਰੀ ਜਾਇਦਾਦ ਆਪਣੇ ਕੋਲ ਰੱਖ ਲੈਂਦੇ ਆ। ਹੁਣ ਅੰਗੂਠਾ ਲਗਾਉਣਾ ਇਸ ਗੱਲ ਦਾ ਸਿੰਬਲ ਆ ਕਿ ਗੁਰਦੇਈ ਪੜ੍ਹਨਾ ਚਾਹੁੰਦੀ ਸੀ। ਬੇਸਿਕਲੀ ਗੁਰਦੇਈ ਪੜ੍ਹਨਾ ਚਾਹੁੰਦੀ ਸੀ, ਇਸਦੇ ਬਾਪ ਨੇ ਉਹਨੂੰ ਪੜ੍ਹਾਇਆ ਨਹੀਂ। ਇੱਥੇ ਅਨਪੜ੍ਹਤਾ ਦਾ ਐਂਗਲ ਵੀ ਆ ਗਿਆ, ਤੇ ਅਨਪੜ੍ਹਤਾ ਖਾਸ ਤੌਰ ਤੇ ਨਾਰੀ ਜਾਤੀ ਦੀ ਅਨਪੜ੍ਹਤਾ, ਕਿਉਂਕਿ ਬਾਪ ਕਹਿੰਦਾ ਕਿ ਕੀ ਕਰਨਾ ਕੁੜੀਆਂ ਨੂੰ ਪੜ੍ਹਾ ਕੇ, ਫਿਰ ਉਸਨੂੰ ਘਰੋਂ ਬਾਹਰ ਕੱਢ ਦਿੰਦੇ ਆ। ਠੀਕ, ਤੇ ਫਿਰ ਉਸਨੂੰ ਬਚਾਉਂਦਾ ਕੌਣ ਆ? ਉਸਨੂੰ ਬਚਾਉਂਦੇ ਆ ਦੂਸਰੇ ਧਰਮ ਦੇ ਲੋਕ। ਇੱਥੇ ਨਾਨਕ ਸਿੰਘ ਨੇ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਕਿਸ ਤਰ੍ਹਾਂ ਉਸ ਸਮੇਂ ਧਾਰਮਿਕ ਵੰਡੀਆਂ ਪਾਈਆਂ ਜਾ ਰਹੀਆਂ ਸੀ ਸਮਾਜ ਵਿੱਚ, ਪਰ ਜਿੰਨਾ ਅਸੀਂ ਦੂਸਰੇ ਧਰਮ ਮਤਲਬ ਮੁਸਲਿਮ ਨੂੰ ਅਸੀਂ ਬੁਰਾ ਸਮਝਦੇ ਹਾਂ, ਤੇ ਪਰ ਗੁਰਦੇਈ ਦੀ ਹੈਲਪ, ਗੁਰਦੇਈ ਦੀ ਮਦਦ ਵੀ ਦੂਸਰੇ ਫਿਰਕੇ ਇਹਨਾਂ ਮੁਸਲਮਾਨਾਂ ਨੇ ਹੀ ਕੀਤੀ। ਇਸ ਤਰ੍ਹਾਂ ਇਨਸਾਨ ਚੰਗਾ ਬੁਰਾ ਹੁੰਦਾ ਆ, ਨਾ ਕਿ ਕਿਸੇ ਮਜ਼ਹਬ ਵਾਲੇ ਲੋਕ ਚੰਗੇ ਬੁਰੇ। ਇਹ ਗੱਲਾਂ ਸਾਰੀਆਂ ਦੱਸੀਆਂ ਜੀ, ਥੋੜ੍ਹਾ ਪੜ੍ਹ ਲੈਂਦੇ ਹਾਂ, ਫਿਰ ਅੱਗੇ ਕਹਾਣੀ ਡਿਸਕਸ ਕਰਾਂਗੇ। ਗੁਰਦੇਈ ਨੂੰ ਲੇਖਕ ਨੇ ਕੰਵਾਰੀ ਕੰਨਿਆ, ਪਹਿਲਾਂ ਕੰਵਾਰੀ ਸੀ, ਫਿਰ ਸਦਵਾ, ਫਿਰ ਵਿਧਵਾ ਅਤੇ ਬੇਸਵਾ ਦੇ 4 ਰੂਪਾਂ ਵਿੱਚ ਪੇਸ਼ ਕੀਤਾ ਹੈ। ਵਿਆਹ ਹੋ ਗਿਆ, ਫਿਰ ਵਿਧਵਾ ਹੋ ਗਈ, ਫਿਰ ਬੇਸਵਾ ਬਣ ਗਈ ਐਂਡ ਵਿੱਚ। ਉਹ ਬਾਲਪਨ ਤੋਂ ਹੀ ਦੁੱਖਾਂ ਦਾ ਸ਼ਿਕਾਰ ਹੋਣੀ ਸ਼ੁਰੂ ਹੋ ਜਾਂਦੀ ਹੈ, ਬਚਪਨ ਤੋਂ ਹੀ। ਮੱਧਕਾਲੀ ਸੰਸਕਾਰਾਂ ਤੋਂ ਪ੍ਰੇਰਿਤ ਉਸਦਾ ਪਿਓ ਸਮਝਦਾ ਹੈ ਕਿ ਕੁੜੀਆਂ ਨੂੰ ਪੜ੍ਹਾਉਣ ਨਾਲ ਉਹ ਵਿਗੜ ਜਾਂਦੀਆਂ ਹਨ। ਪਿਓ ਸਮਝਦਾ ਕਿ ਨਹੀਂ ਯਾਰ, ਕੁੜੀਆਂ ਨੂੰ ਪੜ੍ਹਾਉਣਾ ਨਹੀਂ, ਇਸ ਤਰ੍ਹਾਂ ਉਹ ਵਿਗੜ ਜਾਂਦੀਆਂ। ਇੱਥੇ ਤੁਸੀਂ ਆਹ ਸ਼ਬਦ ਜ਼ਰੂਰ ਲਿਖਿਓ, ਮੱਧਕਾਲੀ ਸੰਸਕਾਰਾਂ ਤੋਂ ਪ੍ਰੇਰਿਤ। ਇਸ ਕਰਕੇ ਉਹ ਗੁਰਦੇਈ ਨੂੰ ਅਨਪੜ੍ਹ ਰੱਖਦਾ ਹੈ। ਇਸ ਦੇ ਸਿੱਟੇ ਦੂਰਗਾਮੀ ਨਿਕਲਦੇ ਹਨ। ਦੂਰਗਾਮੀ ਸਿੱਟੇ ਕਿਉਂ? ਕਿਉਂਕਿ ਬਾਅਦ ਵਿੱਚ ਉਹਦੇ ਸੌਤੇਲੇ ਪੁੱਤਰ ਉਸ ਤੋਂ ਅੰਗੂਠਾ ਲਗਵਾ ਕੇ ਸਾਰੀ ਜਾਇਦਾਦ ਆਪਣੇ ਨਾਂ ਕਰਵਾ ਲੈਂਦੇ ਹਨ। ਧੋਖੇ ਨਾਲ ਅੰਗੂਠਾ ਲਗਵਾਉਂਦੇ ਆ ਆਪਣੇ ਵੈਲਾਂ ਦੀ ਪੂਰਤੀ ਲਈ। ਵੈਲ ਮਤਲਬ ਬੈਡ ਹੈਬਿਟਸ, ਸ਼ਰਾਬ ਵਗੈਰਾ ਪੀਣੀ, ਐਸ਼ ਕਰਨੀ।
ਉਹ ਗੁਰਦਈ ਦਾ ਬਾਪ ਉਸਨੂੰ ਦਮੇ ਦੇ ਮਰੀਜ਼ ਅਤੇ ਪੁੱਤ ਪੋਤਿਆਂ ਵਾਲੇ ਸ਼ਾਹ ਕੋਲ ਵੇਚ ਦਿੰਦਾ ਹੈ। ਪੈਸੇ ਲੈ ਕੇ ਵੇਚਤਾ, ਉਹਦੀ ਪਤਨੀ ਬਣਾਤਾ ਕਿਸੇ ਬਜ਼ੁਰਗ ਸ਼ਾਹ ਦੇ ਕੋਲ, ਅਮੀਰ ਬੰਦੇ ਕੋਲ। ਇੱਥੇ ਇਹ ਵੀ ਦੱਸਿਆ ਕਿ ਜਿਹਦੇ ਕੋਲ ਪੈਸਾ ਆ ਉਹ ਆਪਣੀ ਮਨਮਰਜ਼ੀ ਦੇ ਹਿਸਾਬ ਨਾਲ ਵਿਆਹ ਕਰ ਸਕਦਾ ਆ, ਆਪਣੀ ਪਤਨੀ ਨੂੰ ਖਰੀਦ ਸਕਦਾ ਹੈ। ਬਰਾਦਰੀ ਵੀ ਇਸ ਕੰਮ ਤੋਂ ਉਸਨੂੰ ਨਹੀਂ ਵਰਜਦੀ। ਹੁਣ ਬਰਾਦਰੀ ਕਿਉਂ ਨਹੀਂ ਵਰਜਦੀ? ਕਿਉਂਕਿ ਬਰਾਦਰੀ ਨੂੰ ਆਪ ਆਪਣਾ ਲਾਲਚ ਆ। ਉਹ ਕਹਿੰਦੇ ਚਲੋ ਠੀਕ ਆ, ਕੁੜੀ ਵੇਚਤੀ, 4 ਪੈਸੇ ਆਉਗੇ ਤਾਂ ਇਹ ਪੈਸੇ ਨਾਲ ਜਦੋਂ ਗੁਰਦੇਈ ਦਾ ਬਾਪ ਐਸ਼ ਕਰੇਗਾ ਤਾਂ ਸਾਨੂੰ ਵੀ ਸ਼ਰਾਬ ਪਿਲਾਏਗਾ, ਸਾਨੂੰ ਵੀ ਐਸ਼ ਕਰਾਏਗਾ। ਕਿਉਂਕਿ ਪ੍ਰਚਲਿਤ ਕੀਮਤਾਂ ਅਨੁਸਾਰ ਬਰਾਦਰੀ ਔਰਤ ਨੂੰ ਇੱਕ ਬੇਜ਼ੁਬਾਨ ਪਸ਼ੂ ਹੀ ਸਮਝਦੀ ਹੈ। ਇਹ ਵੀ ਗੱਲ ਹੈ, ਔਰਤ ਨੂੰ ਬੇਜ਼ੁਬਾਨ ਪਸ਼ੂ, ਵੀ ਔਰਤ ਕੁਛ ਨਹੀਂ ਬੋਲ ਸਕਦੀ, ਉਹਨੂੰ ਆਪਣੀ ਮਰਜ਼ੀ ਦੇ ਹਿਸਾਬ ਨਾਲ ਅਸੀਂ ਜਿੱਥੇ ਮਰਜ਼ੀ ਵਿਆਹ ਦਈਏ, ਜਿੱਥੇ ਮਰਜ਼ੀ ਤੋੜ ਦਈਏ, ਤੇ ਔਰਤ ਦਾ ਕੰਮ ਨਹੀਂ ਬੋਲਣਾ। ਤਾਂ ਇਹ ਗੱਲਾਂ ਅੱਜ ਵੀ ਹੁੰਦੀਆਂ ਆ। ਕਈ ਵਾਰ ਕਹਿ ਦਿੰਦੇ ਕਰਦੇ ਤੇਰਾ ਕੰਮ ਨਹੀਂ ਕੁੜੀਏ ਬੋਲਣਾ, ਇਸ ਤਰ੍ਹਾਂ। ਇੱਥੇ ਗੁਰਦੇਈ ਨੂੰ, ਅੱਛਾ ਚੰਗੀ ਕੁੜੀ ਕੌਣ ਆ, ਚੰਗੀ ਔਰਤ ਕੌਣ ਆ? ਜਿਹੜੀ ਚੁੱਪ-ਚਾਪ ਇਹ ਗੱਲਾਂ ਮੰਨੇ, ਉਹ ਔਰਤ ਚੰਗੀ ਆ। ਆਪਣਾ ਜਿਹੜਾ ਮੂੰਹ ਖੋਲੇ, ਆਪਣੇ ਅਧਿਕਾਰਾਂ ਦੀ ਗੱਲ ਕਰੇ, ਉਹ ਬੁਰੀ ਆ ਲੋਕਾਂ ਦੇ ਸਾਹਮਣੇ, ਸਮਾਜ ਦੇ ਸਾਹਮਣੇ। ਇੱਥੇ ਗੁਰਦੇਈ ਨੂੰ ਵੀ ਵਿਰੋਧ ਕਰਦੇ ਨਹੀਂ ਵਿਖਾਇਆ ਗਿਆ। ਗੁਰਦੇਈ ਵੀ ਵਿਰੋਧ ਨਹੀਂ ਕਰਦੀ, ਕਿਉਂਕਿ ਉਹਨੂੰ ਇਹੀ ਸਮਝਾਇਆ ਗਿਆ ਬਚਪਨ ਤੋਂ ਵੀ ਕੁੜੀਆਂ ਨਹੀਂ ਬੋਲਦੀਆਂ ਹੁੰਦੀਆਂ। ਸਦੀਆਂ ਦੇ ਸਾਮੰਤੀ ਸੰਸਕਾਰਾਂ ਅਧੀਨ ਉਸ ਦੀਆਂ ਅੰਦਰੂਨੀ ਖਵਾਇਸ਼ਾਂ ਦਬਾ ਦਿੱਤੀਆਂ ਗਈਆਂ ਸਨ। ਸਾਮੰਤੀ ਸੰਸਕਾਰ, ਫਿਰ ਸਾਮੰਤੀ ਸੰਸਕਾਰਾਂ ਦੀ ਗੱਲ ਆ ਗਈ। ਸਾਮੰਤੀ ਇਹੀ ਜੀ ਜਾਗੀਰਦਾਰੀ ਸੰਸਕਾਰ, ਉਹਨਾਂ ਦੀ ਹੀ ਗੱਲ ਹੋ ਰਹੀ ਹੈ। ਬਾਈ ਚਾਂਸ ਕੋਈ ਗੱਲ ਤੁਹਾਨੂੰ ਟਫ ਲੱਗਦੀ ਆ, ਮੈਂ ਨਹੀਂ ਦੱਸ ਪਾਵਾਂਗਾ ਜੇ ਤੁਸੀਂ ਉਹਨੂੰ ਗੂਗਲ ਕਰਕੇ ਦੇਖ ਲੈਣਾ, ਸਾਮੰਤੀ ਕਲਚਰ ਕੀ ਹੁੰਦਾ, ਇਸ ਤਰ੍ਹਾਂ ਕੁਛ। ਗੁਰਦੇਈ ਦੇ ਬਿਰਧ ਪਤੀ ਦੀ ਵਿਆਹ ਦੇ 1 ਸਾਲ ਅੰਦਰ ਹੀ ਮੌਤ ਹੋ ਜਾਂਦੀ ਹੈ। 1 ਸਾਲ ਦੇ ਅੰਦਰ ਉਹਦਾ ਪਤੀ ਮਰ ਜਾਂਦਾ ਹੈ। ਉਸਦੇ ਸੌਤੇਲੇ ਜਾਂ ਮਤਰੇਏ ਪੁੱਤ ਨੂੰਹਾਂ ਗੁਰਦੇਈ ਤੇ ਬਹੁਤ ਸਰੀਰਕ ਪ੍ਰਤਾੜਨਾ ਕਰਦੇ ਹਨ, ਉਹਨੂੰ ਕੁੱਟਦੇ ਮਾਰਦੇ ਹਨ। ਅੰਤ ਗੁਰਦੇਈ ਕੋਲੋਂ ਧੋਖੇ ਨਾਲ ਅੰਗੂਠਾ ਲਵਾ ਕੇ ਸਾਰੀ ਜਾਇਦਾਦ ਤੋਂ ਗੁਰਦੇਈ ਨੂੰ ਵਾਂਝਾ ਕਰ ਦਿੰਦੇ ਹਨ। ਚਲੋ ਜੀ ਅੰਗੂਠਾ ਲਾ ਲਿਆ। ਫਿਰ ਉਹ ਗੁਰਦੇਈ ਦੀ ਕੁੱਟਮਾਰ ਕਰਕੇ ਉਸਨੂੰ ਬੇਹੋਸ਼ ਕਰ ਦਿੰਦੇ ਹਨ ਅਤੇ ਝੱਖੜ ਵਾਲੀ ਰਾਤ ਉਸਨੂੰ ਬਾਹਰ ਸੁੱਟ ਦਿੰਦੇ ਹਨ। ਬਹੁਤ ਹਨੇਰੀ ਝੱਖੜ ਚੱਲਦਾ ਪਿਆ ਸੀ ਤੇ ਉਸ ਵੇਲੇ ਉਹਨੂੰ ਘਰੋਂ ਬਾਹਰ ਸੁੱਟ ਦਿੱਤਾ। ਕਿਸ ਨੂੰ? ਗੁਰਦੇਈ ਨੂੰ। ਹੁਣ ਅਸੀਂ ਸਾਰਾ ਨਾ ਗੁਰਦੇਈ ਦੀ ਕਹਾਣੀ ਪੜ੍ਹਦੇ ਪਏ ਹਾਂ ਵੀ ਉਸ ਨਾਲ ਕੀ ਵਾਪਰਿਆ। ਇਸ ਤਰ੍ਹਾਂ ਇਸਤਰੀ ਨੂੰ ਪੁਰਸ਼ ਪ੍ਰਧਾਨ ਸਮਾਜ ਵਿੱਚ ਕਿਤੇ ਢੋਈ ਨਹੀਂ ਮਿਲਦੀ, ਨਾ ਉਹਨੂੰ ਆਪਣੇ ਪੇਕੇ ਘਰ ਢੋਈ ਮਿਲਦੀ ਆ ਸਹਾਰਾ, ਨਾ ਆਪਣੇ ਸਹੁਰੇ ਘਰ। ਉਹ ਇੱਕ ਮੁਸਲਮਾਨ ਪਰਿਵਾਰ ਦੀ ਹਮਦਰਦੀ ਨਾਲ ਬਚ ਜਾਂਦੀ ਹੈ। ਉਸਨੂੰ ਇੱਕ ਮੁਸਲਮਾਨ ਪਰਿਵਾਰ ਲਾਗੇ, ਉਹ ਟਾਂਗੇ ਉੱਤੇ ਜਾ ਰਿਹਾ ਸੀ, ਉਹਨਾਂ ਨੇ ਦੇਖਿਆ ਵੀ ਕੋਈ ਔਰਤ ਪਈ ਆ ਤੇ ਇਹਨਾਂ ਨੇ ਆ ਕੇ ਉਸ ਔਰਤ ਦੀ, ਗੁਰਦੇਈ ਦੀ ਹੈਲਪ ਕੀਤੀ, ਮਦਦ ਕੀਤੀ ਤੇ ਹਿੰਦੂ ਬਰਾਦਰੀ ਦੇ ਪੰਡਤ ਕੋਲ ਛੱਡਤਾ। ਉਸ ਸਮੇਂ ਸਮਾਜ ਵਿੱਚ ਧਰਮ ਦੇ ਆਧਾਰ ਤੇ ਕਾਫੀ ਵੰਡੀਆਂ ਪਾਈਆਂ ਜਾ ਰਹੀਆਂ ਸਨ। ਇਹ ਦੌਰ ਕਾਫੀ ਧਾਰਮਿਕ ਖਿੱਚੋਤਾਣ ਦਾ ਆ। ਇਹ ਗੱਲ ਬਾਰ-ਬਾਰ ਆਉਂਦੀ ਆ। ਸਾਡੇ ਜਿਹੜੇ ਰਾਈਟਰ ਆ, ਨਾਨਕ ਸਿੰਘ, ਗੁਰਬਖਸ਼ ਸਿੰਘ, ਲਾਲਾ ਧਨੀ ਰਾਮ ਚਾਤਰਿਕ, ਇਹ ਇਸ ਦੌਰ ਦੇ ਰਾਈਟਰ ਆ ਤੇ ਉਸ ਸਮੇਂ ਧਾਰਮਿਕ ਆਧਾਰ ਤੇ ਕਾਫੀ ਵੰਡੀਆਂ ਪਾਈਆਂ ਜਾ ਰਹੀਆਂ ਸਨ। ਹਰ ਕੋਈ ਆਪਣੇ ਧਰਮ ਨੂੰ ਵਧੀਆ ਤੇ ਦੂਸਰੇ ਨੂੰ ਮਾੜਾ ਸਿੱਧ ਕਰਨ 'ਚ ਲੱਗਾ ਹੋਇਆ ਸੀ। ਇਸ ਸੰਦਰਭ ਵਿੱਚ ਨਾਨਕ ਸਿੰਘ ਜਨਤਾ ਸਾਹਮਣੇ ਆਦਰਸ਼ ਰੱਖਦਾ ਹੈ ਕਿ ਮਾਨਵੀ ਗੁਣ ਕਿਸੇ ਧਰਮ, ਜਾਤੀ ਜਾਂ ਨਸਲ ਦੇ ਗੋਲੇ ਨਹੀਂ ਹਨ। ਗੋਲੇ ਮਤਲਬ ਨੌਕਰ, ਵੀ ਜਿਹੜੇ ਮਾਨਵੀ ਗੁਣ ਆ, ਚੰਗਿਆਈ ਆ, ਇਹ ਕਿਸੇ ਧਰਮ, ਜਾਤੀ ਜਾਂ ਨਸਲ ਦੇ ਹਿਸਾਬ ਨਾਲ ਨਹੀਂ ਹੁੰਦੇ। ਜਿਹੜਾ ਚੰਗਾ ਆ ਉਹ ਚੰਗਾ ਆ। ਇਹਦਾ ਮਤਲਬ ਇਹ ਨਹੀਂ ਕਿ ਇਹ ਡਿਪੈਂਡ ਨਹੀਂ ਕਰਦਾ ਕਿ ਉਹਦਾ ਧਰਮ, ਜਾਤ ਕੀ ਆ, ਨਸਲ ਕੀ ਆ। ਇਸ ਤਰ੍ਹਾਂ ਲੇਖਕ ਸਾਡੇ ਸਾਹਮਣੇ ਏਕਤਾ ਦਾ ਆਦਰਸ਼ ਰੱਖਦਾ ਹੈ। ਵੈਸੇ ਸਾਰੇ ਇੱਕ ਯੂਨਿਟੀ ਦਾ ਆਦਰਸ਼ ਰੱਖਦਾ ਹੈ। ਅਸੀਂ ਧਰਮ ਦੇ, ਜਾਤ ਦੇ ਆਧਾਰ ਤੇ ਇੱਕ ਦੂਸਰੇ ਤੋਂ ਵੈਰ ਭਾਵ ਨਾ ਰੱਖੀਏ। ਠੀਕ। ਗੁਰਦੇਈ ਨੂੰ ਆਸ ਹੈ ਕਿ ਪੰਡਤ ਰਾਧਾ ਕ੍ਰਿਸ਼ਨ ਉਸਨੂੰ ਆਪਣਾ ਹੱਕ ਲੈਣ ਵਿੱਚ ਮਦਦ ਕਰੇਗਾ। ਹੁਣ ਇਹ ਮੁਸਲਿਮ ਪਰਿਵਾਰ ਕੀ ਆ, ਗੁਰਦੇਈ ਨੂੰ ਇੱਕ ਪੰਡਤ ਰਾਧਾ ਕ੍ਰਿਸ਼ਨ ਕੋਲ ਛੱਡ ਦਿੰਦਾ ਤੇ ਪੰਡਤ ਰਾਧਾ ਕ੍ਰਿਸ਼ਨ ਹੁਣ ਗੁਰਦੇਈ ਨੂੰ ਆਸ਼ਵਾਸਨ ਦਿੰਦਾ ਹੈ ਕਿ ਇਹ ਉਹਦੀ ਹੈਲਪ ਕਰੇਗਾ, ਉਹਨੂੰ ਆਪਣਾ ਹੱਕ, ਮਤਲਬ ਜੋ ਉਹਦਾ ਪਤੀ ਦੀ ਜਾਇਦਾਦ ਵਿੱਚੋਂ ਇਹਨੂੰ ਹੱਕ ਲੈ ਕੇ ਦੇਗਾ। ਪਰ ਪੰਡਤ ਗੁਰਦੇਈ ਦਾ ਬਚਿਆ ਗਹਿਣਾ ਗੱਟਾ ਹਜਮ ਕਰਕੇ ਉਸਨੂੰ ਤਾਰਾ ਚੰਦ ਕੋਲ ਵੇਚ ਦਿੰਦਾ ਹੈ। ਪੰਡਤ ਆਪਣਾ ਫਾਇਦਾ ਦੇਖਦਾ, ਉਹ ਜੋ ਕੁਝ ਵੀ ਬਚਿਆ ਸੀ ਉਸਦਾ ਗਹਿਣਾ ਵਗੈਰਾ ਉਹ ਹਜਮ ਕਰਦਾ ਤੇ ਉਸਨੂੰ ਤਾਰਾ ਚੰਦ ਕੋਲ ਵੇਚ ਦਿੰਦਾ ਹੈ। ਠੀਕ ਹੈ ਜੀ।
ਤਾਰਾ ਚੰਦ ਦੀ ਗੁਰਦੇਈ ਨਾਲ ਕੁਝ ਠੀਕ ਠਾਕ ਨਿਭਦੀ ਹੈ। ਹਾਲਾਂਕਿ ਹੈ ਤਾਂ ਇਹ ਵੀ ਮਰਦ ਪ੍ਰਧਾਨ ਸਮਾਜ ਦਾ ਹਿੱਸਾ ਤਾਰਾ ਚੰਦ, ਤੇ ਉਸ ਨਾਲ ਉਹਨੂੰ ਕੁੱਟਦਾ ਮਾਰਦਾ ਵੀ ਹੈ ਵਿੱਚ, ਪਰ ਫਿਰ ਵੀ ਠੀਕ ਆ, ਉਸਨੇ ਤਾਰਾ ਚੰਦ ਨੇ ਉਸਨੂੰ ਆਪਣੀ ਪਤਨੀ ਸਵੀਕਾਰ ਕਰ ਲਿਆ ਤੇ ਆਪਣਾ ਕੰਮ ਧੰਦਾ ਉਹ ਕਰਦਾ ਆ, ਰੁਜ਼ਗਾਰ ਕਰਦਾ ਆ। ਪਰ ਜਦੋਂ ਉਸਨੂੰ ਪਤਾ ਚੱਲਦਾ ਹੈ ਕਿ ਨੌਕਰੀ ਵਿੱਚੋਂ ਉਸਦੀ ਛਾਂਟੀ ਹੋ ਗਈ ਹੈ, ਹੁਣ ਕੀ ਆ, ਉਸਦੇ ਹੱਥੋਂ ਰੁਜ਼ਗਾਰ ਖੁਸਦਾ ਦਿਖਾਇਆ ਹੈ ਸਾਡੇ ਲੇਖਕ ਨੇ। ਇਹ ਵੀ ਇੱਥੇ ਪੂੰਜੀਵਾਦੀ ਯੁੱਗ ਦੀ ਗੱਲ ਹੋ ਗਈ ਵੀ ਪੂੰਜੀਵਾਦੀ ਯੁੱਗ ਵਿੱਚ ਕਿਸੇ ਦੀ ਲੋੜ ਅਨੁਸਾਰ ਨਹੀਂ ਦੇਖਿਆ ਜਾਂਦਾ ਵੀ ਹਾਂ ਵੀ ਨੌਕਰੀ ਤੈਨੂੰ ਮਿਲਣੀ ਆ। ਉਸ ਵਿੱਚ ਜਦੋਂ ਮਾਲਕ ਨੂੰ ਲੱਗੇਗਾ ਵੀ ਘੱਟ ਮਜ਼ਦੂਰਾਂ ਨਾਲ ਸਰਦਾ ਆ ਤਾਂ ਉਹ ਛਾਂਟੀ ਕਰ ਦੇਗਾ। ਤਾਂ ਉਹ ਕੌਣ, ਤਾਰਾ ਚੰਦ, ਗੁਰਦੇਈ ਨੂੰ ਪਰਸੂਤ ਦੀਆਂ ਪੀੜਾਂ ਨਾਲ ਕੁਰਲਾਂਦੀ ਛੱਡ ਕੇ ਘਰ ਦਾ ਲਟਾ ਪਟਾ ਸਾਂਭ ਪਤਰਾ ਬਾਜ ਜਾਂਦਾ ਹੈ। ਲਟਾ ਪਟਾ ਮਤਲਬ ਘਰ ਦਾ ਜੋ ਸਮਾਨ ਵਗੈਰਾ ਆ ਜਿੰਨਾ ਕੁ ਉਹਦੇ ਹੱਥ ਲੱਗਾ ਉਹ ਲੈ ਕੇ ਪਤਰਾ ਬਾਜ ਜਾਣਾ, ਮਤਲਬ ਚਲੇ ਜਾਣਾ, ਕਿਸੇ ਹੋਰ ਥਾਂ ਚਲੇ ਜਾਣਾ, ਮਤਲਬ ਆਪਣੀ ਪਤਨੀ ਨੂੰ ਕੀ ਆ ਦਰਦ ਭਰੀ ਅਵਸਥਾ ਵਿੱਚ ਛੱਡ ਕੇ ਆਪ ਖਿਸਕ ਜਾਂਦਾ ਹੈ। ਕੌਣ, ਤਾਰਾ ਚੰਦ। ਫਿਰ ਉਹ ਆਪਣੀ ਨਵਜਾਤ ਧੀ ਸੁੰਦਰੀ ਤੋਂ ਜੁਦਾ ਹੋ ਕੇ ਅੰਤ ਬੇਸਵਾ ਬਣ ਕੇ ਕੋਠੇ ਤੱਕ ਪਹੁੰਚ ਜਾਂਦੀ ਹੈ। ਸੁੰਦਰੀ ਦਾ ਜਨਮ ਹੋ ਗਿਆ, ਸੁੰਦਰੀ ਤੋਂ ਗੁਰਦੇਈ ਨੂੰ ਵਿਛੜਨਾ ਪਿਆ, ਤਾਂ ਫਿਰ ਐਂਡ ਉਹ ਬੇਸਵਾ ਬਣ ਗਈ ਤੇ ਕਿੱਥੇ ਪਹੁੰਚ ਗਈ, ਕੋਠੇ ਤੱਕ। ਠੀਕ ਹੈ ਜੀ। ਇਸ ਤਰ੍ਹਾਂ ਉਹ ਪਸ਼ੂ ਸਮਾਜ ਦੀ ਕਾਂ ਭੁੱਖ ਦੀ ਤ੍ਰਿਪਤੀ ਲਈ ਕੋਠੇ ਦਾ ਸ਼ਿੰਗਾਰ ਬਣ ਕੇ ਵਿਕਣੀ ਸ਼ੁਰੂ ਹੋ ਜਾਂਦੀ ਹੈ। ਆ ਦੇਖੋ, ਪਸ਼ੂ ਸਮਾਜ ਇਹਨਾਂ ਦੀ ਕਾਮ ਭੁੱਖ ਦੀ ਤ੍ਰਿਪਤੀ ਲਈ ਕੋਠੇ ਦਾ ਸ਼ਿੰਗਾਰ ਬਣ ਕੇ ਆਪਣੀ ਦੇਹ ਨੂੰ ਵੇਚਣਾ ਸ਼ੁਰੂ ਕਰ ਦਿੰਦੀ ਹੈ। ਕੌਣ, ਗੁਰਦੇਈ। ਇਸ ਤਰ੍ਹਾਂ ਦੇ ਸ਼ਬਦ ਜ਼ਰੂਰ ਲਿਖਿਓ ਤੁਸੀਂ। ਪਸ਼ੂ ਸਮਾਜ ਦੀ ਕਾਮ ਭੁੱਖ ਦੀ ਤ੍ਰਿਪਤੀ ਲਈ ਕੋਠੇ ਦਾ ਸ਼ਿਕਾਰ ਬਣ ਕੇ ਆਪਣੀ ਦੇਹ ਨੂੰ ਵੇਚਣਾ ਸ਼ੁਰੂ ਕਰ ਦਿੰਦੀ ਹੈ। ਠੀਕ ਹੈ ਜੀ। ਐਂਡ ਵਿੱਚ ਕੀ ਆ ਕਿ ਉਹ ਆਪਣੇ ਸੌਤੇਲੇ ਪੁੱਤਰ ਦੇ ਅੱਗੇ ਪੁੱਤ ਦੇ ਵਿਆਹ ਤੇ ਆਉਂਦੀ ਆ ਤੇ ਉਸ ਵਿਆਹ ਤੇ ਮੁਜਰਾ ਕਰਨ ਆਉਂਦੀ ਆ ਤੇ ਆਪਣੇ ਵੈਰੀਆਂ ਨੂੰ, ਪੰਡਤ ਨੂੰ ਤੇ ਕਰਮਚੰਦ ਨੂੰ ਮਾਰ ਦਿੰਦੀ ਆ। ਆਪਣੇ ਵੈਰੀਆਂ ਤੋਂ ਬਦਲਾ ਲੈਣ ਲਈ ਉਹ ਇਸ ਜੀਵਨ ਨੂੰ ਵੀ ਸਵੀਕਾਰ ਕਰ ਲੈਂਦੀ ਹੈ। ਦੇਖੋ, ਹੁਣ ਉਹ ਬੇਸਵਾ ਬਣ ਗਈ, ਪਰ ਉਹਦੇ ਅੰਦਰ ਕੀ ਆ, ਇੱਕ ਤਾਂਘ ਆ ਕਿ ਮੈਂ ਆਪਣੇ ਦੁਸ਼ਮਣਾਂ ਤੋਂ ਬਦਲਾ ਲਵਾਂਗੀ। ਇਸ ਕਰਕੇ ਇਸ ਹਾਲਤ ਨੂੰ ਵੀ ਉਹ ਸਵੀਕਾਰ ਕਰ ਲੈਂਦੀ ਹੈ। ਕਿਹੜੀ ਹਾਲਤ, ਬੇਸਵਾ ਦੀ ਹਾਲਤ। ਉਹ ਕਰਮਚੰਦ ਦੇ ਪੁੱਤਰ ਦੇ ਵਿਆਹ ਉੱਤੇ ਅਨਵਰ ਬਾਈ ਦੇ ਰੂਪ ਵਿੱਚ ਮੁਜਰਾ ਕਰਨ ਆਉਂਦੀ ਹੈ। ਹੁਣ ਆਪਣੇ ਸੌਤੇਲੇ ਪੁੱਤਰ ਕਰਮਚੰਦ, ਉਸਦੇ ਪੁੱਤਰ ਦੇ ਵਿਆਹ ਤੇ ਆਉਂਦੀ ਹੈ ਮੁਜਰਾ ਕਰਨ। ਉਹ ਮੌਕਾ ਪਾ ਕੇ ਕਰਮਚੰਦ ਅਤੇ ਪੰਡਤ ਰਾਧੇ ਕ੍ਰਿਸ਼ਨ ਨੂੰ ਮੌਤ ਦੇ ਘਾਟ ਉਤਾਰ ਕੇ ਖੁਦਕੁਸ਼ੀ ਕਰ ਲੈਂਦੀ ਹੈ। ਦੁਸ਼ਮਣਾਂ ਨੂੰ ਮਾਰ ਕੇ, ਕਰਮਚੰਦ ਤੇ ਪੰਡਤ ਨੂੰ ਮਾਰ ਕੇ ਖੁਦਕੁਸ਼ੀ ਕਰ ਲੈਂਦੀ ਹੈ। ਠੀਕ ਹੈ ਜੀ, ਖੁਦਕੁਸ਼ੀ। ਇਹ ਖੁਦਕੁਸ਼ੀ ਵਾਲਾ ਕੰਸੈਪਟ ਨਾ ਨਾਨਕ ਸਿੰਘ ਦੇ ਲੇਖ ਨਾਵਲਾਂ ਵਿੱਚ ਬਾਰ-ਬਾਰ ਆ ਰਿਹਾ। ਸਾਡੇ ਦੇਖੋ, ਚਿੱਟਾ ਲਹੂ ਵਿੱਚ ਗੁਰਦੇਈ ਖੁਦਕੁਸ਼ੀ ਕਰਦੀ ਹੈ, ਸੁੰਦਰੀ ਖੁਦਕੁਸ਼ੀ ਕਰਦੀ ਹੈ, ਇੱਕ ਮਿਆਨ ਦੋ ਤਲਵਾਰਾਂ ਵਿੱਚ ਬੀਰੀ ਖੁਦਕੁਸ਼ੀ ਕਰਦੀ ਹੈ। ਤਾਂ ਖੁਦਕੁਸ਼ੀ ਨੂੰ ਕਾਫੀ ਨੋਰਮਲ ਦਿਖਾਇਆ ਸਾਡੇ ਲੇਖਕ ਨੇ, ਤੇ ਖੁਦਕੁਸ਼ੀ ਕਰਵਾ ਕੇ ਉਹ ਸਾਰੀਆਂ ਸਿਚੁਏਸ਼ਨਾਂ ਨੂੰ ਸੁਲਝਾ ਵੀ ਲੈਂਦਾ ਆ। ਖੁਦਕੁਸ਼ੀ ਕਰਾਤੀ, ਗੱਲ ਖਤਮ। ਨਾਨਕ ਸਿੰਘ ਨੇ ਗੁਰਦੇਈ ਦੇ ਸਦਵਾ ਜੀਵਨ ਜਾਂ ਵਿਧਵਾ ਪੁਣੇ ਦੇ ਸਮੇਂ ਦੀ ਮਾਨਸਿਕ ਦਸ਼ਾ ਅਥਵਾ ਬੇਸ਼ਵਾ ਦੇ ਦਿਨਾਂ ਦੇ ਅੰਤਰ ਦਵੰਦ ਨੂੰ ਨਹੀਂ ਚਿਤਰਿਆ। ਇੱਥੇ ਹੁਣ ਥੋੜਾ ਆਪਾਂ ਨਾ ਨਾਨਕ ਸਿੰਘ ਦੀ ਉਹ ਕਰਾਂਗੇ ਟੀਕਾ ਟਿੱਪਣੀ ਵੀ ਕਿੱਥੇ ਕੁਝ ਹੋਰ ਗੱਲਾਂ ਉਹ ਕਰ ਸਕਦਾ ਸੀ। ਜਦੋਂ ਉਹਦਾ ਵਿਆਹ ਹੋਇਆ ਸੀ ਜਾਂ ਜਦੋਂ ਉਹ ਵਿਧਵਾ ਹੋ ਗਈ ਸੀ, ਉਸ ਟਾਈਮ ਵਿੱਚ ਉਹਦੇ ਮਨ ਵਿੱਚ ਕੀ ਚੱਲਦਾ ਪਿਆ ਆ ਗੁਰਦੇਈ ਦੇ, ਇਹ ਗੱਲ ਨਾਨਕ ਸਿੰਘ ਨੇ ਕੋਈ ਇੰਨੀ ਬਿਆਨ ਨਹੀਂ ਕੀਤੀ। ਜਾਂ ਜਦੋਂ ਉਹ ਬੇਸਵਾ ਬਣ ਗਈ ਉਸ ਸਮੇਂ ਉਹਦਾ ਮਾਨਸਿਕ ਦਵੰਦ, ਉਸ ਸਮੇਂ ਉਹਦੇ ਅੰਤਰ ਦਵੰਦ ਨੂੰ ਵੀ ਦੇਖੋ, ਇੱਕ ਪਾਸੇ ਉਸਨੂੰ ਆਪਣਾ ਸਰੀਰ ਵੇਚਣਾ ਪੈ ਰਿਹਾ ਆ, ਠੀਕ, ਤੇ ਉਹਦੇ ਅੰਦਰ ਕੀ ਚੱਲਦੀ ਹੋਵੇਗੀ, ਇਹ ਗੱਲਾਂ ਨੂੰ ਜ਼ਿਆਦਾ ਪ੍ਰਕਾਸ਼ਮਾਨ ਨਹੀਂ ਕੀਤਾ ਸਾਡੇ ਲੇਖਕ ਨੇ। ਇਸ ਦੇ ਸਿੱਟੇ ਵਜੋਂ ਪਾਠਕ ਗੁਰਦੇਈ ਦੀ ਸ਼ਖਸੀਅਤ ਤੋਂ ਓਨਾ ਪ੍ਰਭਾਵ ਗ੍ਰਹਿਣ ਨਹੀਂ ਕਰਦਾ ਜਿੰਨਾ ਕਿ ਗੁਰਦੇਈ ਨਾਲ ਵਾਪਰਨ ਵਾਲੀਆਂ ਘਟਨਾਵਾਂ ਤੋਂ। ਘਟਨਾਵਾਂ ਤਾਂ ਆਉਂਦੀਆਂ ਆ ਬਾਰ-ਬਾਰ, ਪਰ ਕਿਸੇ ਦੇ ਮਨ ਵਿੱਚ, ਸਾਡੇ ਮੇਨ ਕਰੈਕਟਰ ਦੇ ਮਨ ਵਿੱਚ ਕੀ ਚੱਲਦਾ ਆ, ਇਹਦੇ ਉੱਤੋਂ ਇਹਦੇ ਬਾਰੇ ਸਾਨੂੰ ਬਹੁਤੀ ਨੌਲੇਜ ਨਹੀਂ ਮਿਲਦੀ। ਹਾਂ, ਉਹਦੇ ਨਾਲ ਬੁਰਾ ਹੋਇਆ, ਉਹ ਕੋਠੇ ਤੱਕ ਪਹੁੰਚ ਗਈ, ਹਨਾ, ਤੇ ਜੋ ਵੀ ਘਟਨਾਵਾਂ ਹੋਈਆਂ, ਘਟਨਾਵਾਂ ਤੋਂ ਅਸੀਂ ਕਾਫੀ ਕੁਝ ਗ੍ਰਹਿਣ ਕਰਦੇ ਹਾਂ। ਪਾਠਕ ਪੜ੍ਹਨ ਵਾਲਾ ਕਾਫੀ ਕੁਝ ਗ੍ਰਹਿਣ ਕਰਦਾ ਪਿਆ, ਪਰ ਉਹਦੇ ਮਾਨਸਿਕ ਲੈਵਲ ਤੇ ਜੋ ਕੁਝ ਹੋ ਰਿਹਾ ਉਸ ਪ੍ਰਤੀ ਸਾਨੂੰ ਘੱਟ ਜਾਣਕਾਰੀ ਮਿਲਦੀ ਹੈ। ਠੀਕ ਹੈ ਜੀ। ਪੰਡਿਤ ਰਾਧਾ ਕ੍ਰਿਸ਼ਨ ਦਾ ਚਿੱਤਰ। ਹੁਣ ਰਾਧਾ ਕ੍ਰਿਸ਼ਨ ਦੀ ਗੱਲ ਕਰੀਏ। ਪੰਡਿਤ ਕੌਣ ਹੈ ਇਹ? ਰਾਧਾ ਕ੍ਰਿਸ਼ਨ।
ਇੱਥੇ ਨਾ ਆਪਾਂ ਗੱਲ ਕਰਨੀ ਆ ਧਾਰਮਿਕ ਆਗੂ ਦੀ, ਰਿਲੀਜੀਅਸ ਲੀਡਰ, ਪੰਡਤ ਧਰਮ ਦਾ ਹੈਡ। ਇਸ ਹਿਸਾਬ ਨਾਲ ਗੁਰਦੁਆਰੇ ਦਾ ਭਾਈ, ਜਿਸ ਨੂੰ ਬਚਨ ਸਿੰਘ ਕਹਿੰਦਾ ਵੀ ਸਫਾਈ ਸਫੂਈ ਕਰਿਆ ਕਰੋ ਗੁਰਦੁਆਰੇ ਸਾਹਿਬ ਦੀ, ਟਾਈਮ ਨਾਲ ਉੱਠਿਆ ਕਰੋ, ਉਹ ਸਿੱਖ ਧਰਮ ਦਾ ਅਨੁਆਈ ਹੋ ਗਿਆ, ਹੈਡ ਹੋ ਗਿਆ। ਇੱਥੇ ਪੰਡਤ ਰਾਧਾ ਕ੍ਰਿਸ਼ਨ ਹੋ ਗਿਆ, ਇਹ ਧਰਮ ਦੇ ਹੈਡ ਦਿਖਾਏ ਆ। ਤੇ ਨਾਨਕ ਸਿੰਘ ਨੇ ਇਹਨਾਂ ਨੂੰ ਨਾ ਕਾਫੀ ਉਹ ਦਿਖਾਇਆ ਕਿ ਵਿਗੜਿਆ ਦਿਖਾਇਆ, ਇੱਕ ਹਿਸਾਬ ਦੇ ਵੀ ਇਹ ਵਿਗੜੇ ਆ। ਪਰ ਨਾ ਇੱਥੇ ਸਾਡੇ TR ਵਿਨੋਦ ਜੀ ਨੇ ਇਹ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਆ ਵੀ ਜਿਹੜੇ ਧਾਰਮਿਕ ਹੈਡ ਹੁੰਦੇ ਆ ਨਾ, ਉਹ ਅੰਦਰੋਂ ਭਾਵੇਂ ਲੋਕਾਂ ਨੂੰ ਲੁੱਟਣ ਲਈ ਤਿਆਰ ਹੋਣ, ਪਰ ਉਹ ਇੰਨਾ ਖੁੱਲ੍ਹ ਕੇ ਨਹੀਂ ਦੱਸਦੇ ਵੀ ਅਸੀਂ ਤਾਂ ਖਰਾਬ ਆ। ਜਿੰਨਾ ਖੁੱਲ੍ਹ ਕੇ ਨਾਨਕ ਸਿੰਘ ਨੇ ਪੇਸ਼ ਕੀਤਾ ਆ ਉਹਨਾਂ ਨੂੰ। ਹੋ ਸਕਦਾ ਨਾਨਕ ਸਿੰਘ ਦੇ ਅੰਦਰ ਇੱਕ ਐਂਟੀ ਹੋਵੇ ਫੀਲਿੰਗ ਧਾਰਮਿਕ ਠੇਕੇਦਾਰਾਂ ਦੇ ਵਿਰੁੱਧ, ਇਹ ਵੀ ਗੱਲ ਹੋ ਸਕਦੀ ਹੈ। ਪੰਡਿਤ ਰਾਧਾ ਕ੍ਰਿਸ਼ਨ ਦਾ ਚਿੱਤਰ ਸਾਡੇ ਸਮਾਜ ਦੀ ਧਾਰਮਿਕ ਜੁੰਡਲੀ ਦੇ ਦੰਭ ਤੋਂ ਪਰਦਾ ਚੁੱਕਣ ਲਈ ਪੇਸ਼ ਕੀਤਾ ਗਿਆ ਹੈ। ਧਾਰਮਿਕ ਜੁੰਡਲੀ ਵੀ ਉਹ ਕਿਸ ਤਰ੍ਹਾਂ ਲੋਕਾਂ ਨੂੰ ਪਖੰਡ ਵਿੱਚ ਪਾ ਕੇ ਲੁੱਟਦੀ ਆ। ਇਹ ਜੁੰਡਲੀ ਆਪਣੀ ਸਮਾਜਿਕ ਪਦਵੀ ਦਾ ਲਾਭ ਉਠਾ ਕੇ ਧਨੀ ਵਰਗਾਂ ਦੇ ਹਿੱਤਾਂ ਦੀ ਰਾਖੀ ਕਰਦੀ ਹੋਈ ਉਹਨਾਂ ਦੀ ਜੂਠ ਦਾ ਆਨੰਦ ਮਾਣਦੀ ਹੈ। ਇਹਨਾਂ ਦੀ ਸਮਾਜਿਕ ਪਦਵੀ ਉੱਚੀ ਆ, ਕਿਉਂਕਿ ਇਹ ਰਿਲੀਜੀਅਸ ਜਗ੍ਹਾ ਦੇ ਕੀ ਆ, ਹੈਡ ਆ। ਠੀਕ ਆ ਜੀ, ਆਪਾਂ ਕਹਿ ਦਿੰਦੇ ਗੁਰੂ ਘਰ ਦੇ ਵਜ਼ੀਰ ਆ ਇਹ, ਪਰ ਹੈ ਇਹ ਧਨੀ ਵਰਗਾਂ ਦੇ ਹਿੱਤਾਂ ਦੀ ਰਾਖੀ ਕਰਦੇ। ਆਪਾਂ ਇਹ ਦੇਖੀਏ, ਸਮਝੀਏ ਗੱਲ ਨੂੰ ਕਿ ਉਸ ਸਮੇਂ ਜਿਹੜੇ ਨਾ ਸਾਡੇ ਧਾਰਮਿਕ ਹੈਡ ਸੀਗੇ ਬੰਦੇ, ਈਵਨ ਤੱਕ ਕਿ ਕਈ ਡੇਰਿਆਂ ਦੇ ਹੈਡ ਪੰਜਾਬ ਦੇ, ਉਹ ਕੀ ਕਰਦੇ ਸੀ, ਬਰਤਾਨਵੀ ਸਾਮਰਾਜ ਦੀ ਅਰਦਾਸ ਕਰਦੇ ਸੀ। ਉਹਨਾਂ ਦਾ ਚੰਗੀ ਬਣਦੀ ਸੀ ਬਰਤਾਨਵੀ ਸਰਕਾਰ ਨਾਲ। ਤੇ ਵੈਸੇ ਵੀ ਇਹਨਾਂ ਦਾ ਕਰੈਕਟਰ ਦੇਖੋ ਨਾ, ਇੱਕ ਪਾਸੇ ਧਾਰਮਿਕ ਜੁੰਡਲੀ ਆ, ਇਹਨਾਂ ਦਾ ਸਮਾਜਿਕ ਪਦਵੀ ਉੱਚੀ ਆ, ਤੇ ਧਨੀ ਵਰਗਾਂ ਨਾਲ ਇਹਨਾਂ ਦੀ ਕੀ ਆ, ਚੰਗੀ ਉੱਠਣੀ ਬਹਿਣੀ ਆ। ਤਾਂ ਇਹ ਧਨੀ ਵਰਗਾਂ ਦੇ ਹਿੱਤਾਂ ਦੀ ਰਾਖੀ ਕਰਦੇ ਆ ਤੇ ਉਹਨਾਂ ਦੀ ਜੂਠ ਦਾ ਆਨੰਦ ਮਾਣਦੀ ਹੈ। ਤੁਸੀਂ ਪੜ੍ਹੋਗੇ ਨਾਵਲ, ਤੁਹਾਨੂੰ ਪਤਾ ਲੱਗੇਗਾ ਵੀ ਕਿਸ ਤਰ੍ਹਾਂ ਪੰਡਿਤ ਰਾਧਾ ਕ੍ਰਿਸ਼ਨ ਵੀ ਪਾਲਾ ਸਿੰਘ ਤੇ ਉਹਦੀ ਜੁੰਡਲੀ, ਜਿਹੜੇ ਬਦਮਾਸ਼ ਵਗੈਰਾ ਆ, ਉਹਨਾਂ ਨਾਲ ਬਹਿ ਕੇ ਮਦਰਾ ਪਾਨ ਵਗੈਰਾ ਕਰਦੇ ਆ, ਸਭ ਚੀਜ਼ਾਂ ਕਰਦੇ ਆ, ਐਸ਼ ਕਰਦੇ ਦਿਖਾਇਆ ਗਿਆ ਆ ਧਾਰਮਿਕ ਲੀਡਰਾਂ ਨੂੰ, ਧਾਰਮਿਕ ਹੈਡ ਨੂੰ। ਠੀਕ ਹੈ ਜੀ, ਇਹ ਧਰਮ ਤੇ ਚੋਟ ਹੋ ਗਈ ਜੀ ਨਾਨਕ ਸਿੰਘ ਦੀ। ਗੁਰਦੇਈ ਪੁਰਸ਼ ਪ੍ਰਧਾਨ ਸਮਾਜ ਦੀ ਸ਼ਿਕਾਰ ਹੈ। ਉਹ ਆਪਣੀ ਹੋਣੀ ਵਿਰੁੱਧ ਵਿਅਕਤੀਗਤ ਪੱਧਰ ਉੱਤੇ ਟੱਕਰ ਲੈਂਦੀ ਹੈ ਅਤੇ ਇਉਂ ਔਰਤ ਅੰਦਰ ਮੌਜੂਦ ਸਦੀਆਂ ਦੀ ਗੁਲਾਮੀ ਭਰੀ ਜ਼ਹਿਨੀਅਤ ਤਿਆਗਦੀ ਹੋਈ ਚੰਡੀ ਦਾ ਰੂਪ ਧਾਰਨ ਕਰਦੀ ਹੈ। ਦੇਖੋ, ਉਹਦੇ ਨਾਲ ਜਾਤੀ ਹੋਈ ਗੁਰਦੇਈ ਨਾਲ, ਠੀਕ, ਤੇ ਉਹ ਫਿਰ ਕੀ ਆ, ਰਿਵੋਲਟ ਕਰਦੀ ਆ ਤੇ ਸਾਡੇ ਅੰਦਰ, ਉਹਨਾਂ ਦੇ ਅੰਦਰ ਜਿਹੜੀ ਭਾਵਨਾ ਆ, ਗੁਲਾਮੀ ਭਰੀ ਭਾਵਨਾ, ਉਹਨੂੰ ਤਿਆਗਦੀ ਆ, ਰਿਵੋਲਟ ਕਰਦੀ ਆ ਤੇ ਚੰਡੀ ਦਾ ਰੂਪ ਧਾਰ ਕੇ ਆਪਣੇ ਦੁਸ਼ਮਣਾਂ ਨੂੰ ਮਾਰ ਦਿੰਦੀ ਆ। ਪਰ ਨਾ ਇੱਥੇ ਕੀ ਆ, ਗੁਰਦੇਈ ਦਾ ਜਿਹੜਾ ਰਿਵੋਲਟ ਆ ਨਾ, ਵਿਦਰੋਹ, ਵਿਅਕਤੀਗਤ ਪੱਧਰ ਤੇ ਆ। ਉਹਨੂੰ ਬਦਲਾ ਲੈਣਾ ਆ ਤੇ ਉਹ ਬਦਲਾ ਲੈਂਦੀ ਆ, ਦੁਸ਼ਮਣਾਂ ਨੂੰ ਮਾਰ ਦਿੰਦੀ ਆ, ਖੁਦਕੁਸ਼ੀ ਕਰ ਲੈਂਦੀ ਆ। ਪਰ ਉਹ ਕੋਈ ਇੰਨੀ ਸੇਧ ਨਹੀਂ ਦੇ ਰਹੀ। ਇੱਥੇ ਜਿਹੜੀ ਉਹਦੀ ਧੀ ਸੁੰਦਰੀ ਆ, ਉਹ ਚਾਹੇ ਆਪਣੇ ਦੁਸ਼ਮਣਾਂ ਨੂੰ ਮਾਰਦੀ ਆ, ਪਰ ਫਿਰ ਵੀ ਉਹ ਕਲਮ ਦੇ ਬਲ ਤੇ ਸਮਾਜ ਨੂੰ ਸੁਧਾਰਨਾ ਵੀ ਲੋਚਦੀ ਆ। ਉਹਦਾ ਪਰਸਪੈਕਟਿਵ ਜ਼ਿਆਦਾ ਵਾਈਡ ਆ ਸੁੰਦਰੀ ਦਾ, ਇਹਦੀ ਧੀ ਦਾ। ਇਸ ਪੱਖੋਂ ਉਸਦੀ ਧੀ ਸੁੰਦਰੀ ਉਸਦੀ ਪੂਰਕ ਹੈ। ਮੈਨੂੰ ਕੁਛ ਗੱਲਾਂ ਜਿਹੜੀਆਂ ਗੁਰਦੇਈ ਵਿੱਚ ਰਹਿ ਗਈਆਂ, ਉਹਦੀ ਪੂਰਤੀ ਸੁੰਦਰੀ ਕਰਦੀ ਹੈ। ਜਿੱਥੇ ਗੁਰਦੇਈ ਸਿਰਫ ਆਪਣੇ ਦੁਸ਼ਮਣਾਂ ਨੂੰ ਵਿਅਕਤੀਗਤ ਰੂਪ ਵਿੱਚ ਮਾਰ ਦਿੰਦੀ ਹੈ ਤੇ ਬਦਲਾ ਲੈਂਦੀ ਹੈ, ਉੱਥੇ ਇਹ ਸੁੰਦਰੀ ਬਦਲਾ ਲੈਣ ਦੇ ਨਾਲ ਨਾਲ ਸੁਧਾਰ ਦੀ ਪਿਰਤ ਵੀ ਪਾਉਂਦੀ ਆ। ਸੁੰਦਰੀ ਜਾਤ ਪਾਤ ਅਤੇ ਧਰਮ ਦੁਆਰਾ ਪ੍ਰਵਾਨਿਤ ਕੀਮਤਾਂ ਦਾ ਪਾਜ ਖੋਲ੍ਹਦੀ ਹੈ। ਸੁੰਦਰੀ ਦੇ ਕਰੈਕਟਰ ਦੁਆਰਾ ਸਾਨੂੰ ਪਤਾ ਲੱਗਦਾ ਹੈ ਕਿ ਸਮਾਜ ਵਿੱਚ ਕਿੰਨੀ ਜਾਤ ਪਾਤ ਆ ਤੇ ਧਾਰਮਿਕ ਲੋਕ ਕਿੰਨੇ ਪਖੰਡੀ ਆ। ਉਸ ਦੁਆਰਾ ਕੜਾਹ ਦਾ ਪਿੱਟਿਆ ਜਾਣਾ ਤੇ ਪਿੰਡ ਵਾਲਿਆਂ ਦੁਆਰਾ ਉਸ ਦੀ ਕੁੱਟਮਾਰ ਕਰਨਾ ਜਾਤ ਪਾਤ ਦੇ ਵਿਸ਼ੇ ਉੱਤੇ ਚਾਨਣਾ ਪਾਉਂਦਾ ਹੈ। ਉਹ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੇ ਦੌਰਾਨ ਆਪਣਾ ਗੁਰਦੁਆਰੇ ਚਲੀ ਜਾਂਦੀ ਹੈ ਤੇ ਉਹਦੇ ਗੁਰਦੁਆਰੇ ਜਾਣ ਕਰਕੇ ਜਿਹੜੇ ਪਿੰਡ ਵਾਲੇ ਆ ਇਹ ਸਮਝਦੇ ਆ ਕਿ ਅਛੂਤ ਆ ਗਈ ਗੁਰਦੁਆਰੇ, ਤਾਂ ਸਾਡਾ ਕੜਾਹ ਪਿੱਟਿਆ ਗਿਆ। ਇਸ ਗੱਲ ਤੇ ਉਹ ਸੁੰਦਰੀ ਨੂੰ ਕੁੱਟਣ ਲੱਗ ਜਾਂਦੇ ਆ। ਇੱਥੇ ਕੀ ਆ, ਸਮਾਜ ਦਾ ਜਾਤ ਪਾਤ ਵਾਲਾ ਐਂਗਲ, ਛੂਆ-ਛੂਤ ਦਾ ਐਂਗਲ ਵੀ ਸਾਡੇ ਲੇਖਕ ਨੇ ਸਾਨੂੰ ਦਰਸਾ ਦਿੱਤਾ। ਅੱਜ ਲਈ ਇੰਨਾ ਹੀ ਰਹਿਣ ਦਿੰਦੇ ਆ ਜੀ, ਹੈ ਨਾ। ਬਾਕੀ ਨੈਕਸਟ ਲੈਕਚਰ 'ਚ ਕੰਟੀਨਿਊ ਕਰਾਂਗੇ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ।